ਉਸਤਾਦ ਜੀ ਨੂੰ ਕਿਤਾਬਾਂ ਨਾਲ ਬਹੁਤ ਪਿਆਰ ਸੀ। ਬੇਸ਼ੁਮਾਰ ਤੇ ਬੇਤਰਤੀਬ ਕਿਤਾਬਾਂ ਦੇ ਢੇਰ ਵਿੱਚੋਂ ਮਤਲਬ ਦੀ ਕਿਤਾਬ ਲੱਭਣ ਲਈ ਉਹਨਾਂ ਨੂੰ ਖੇਚਲ ਬਹੁਤ ਕਰਨੀ ਪੈਂਦੀ ਸੀ। ਇਸ ਖੇਚਲ ਤੋਂ ਡਰਦਿਆਂ ਬਾਜ਼ਾਰੋਂ ਨਵੀਂ ਕਿਤਾਬ ਖਰੀਦ ਲਿਆਉਂਦੇ ਸਨ। ਇੱਕ ਇੱਕ ਕਿਤਾਬ ਦੀਆਂ ਕਈ ਜਲਦਾਂ ਆ ਜਾਂਦੀਆਂ ਸਨ ਤੇ ਕੁਝ ਵੇਲਾ ਲੰਘਣ ਮਗਰੋਂ ਫੇਰ ਕਿਤਾਬਾਂ ਦੇ ਜੰਗਲ ਵਿੱਚ ਕਿਤਾਬ ਗੁਆਚ ਜਾਂਦੀ ਸੀ। ਇੱਕ ਵਾਰ ਪਸ਼ਤੋ ਜ਼ੁਬਾਨ ਪੜ੍ਹਨ ਦਾ ਸ਼ੌਕ ਹੋਇਆ। ਸਾਰਾ ਲਾਹੌਰ ਛਾਣ ਮਾਰਿਆ, ਕੋਈ ਮਤਲਬ ਦੀ ਕਿਤਾਬ ਨਾ ਮਿਲੀ ਤਾਂ ਜਹਾਜ਼ ਉੱਤੇ ਬਹਿ ਕੇ ਪੇਸ਼ਾਵਰ ਚਲੇ ਗਏ। ਲੋੜ ਦੀਆਂ ਪਸ਼ਤੋ ਸਿਖਾਉਣ ਵਾਲੀਆਂ ਕਿਤਾਬਾਂ ਲਿਆਂਦੀਆਂ, ਖੌਰੇ ਪੜ੍ਹੀਆਂ ਵੀ ਕਿ ਨਾ। ਕਿਤਾਬ ਨੂੰ ਜਿਲਦ ਕਰਵਾ ਕੇ ਪੜ੍ਹਦੇ ਸਨ। ਉਹਨਾਂ ਦੇ ਖਿਆਲ ਵਿੱਚ ਬਿਨਾਂ ਜਿਲਦ ਦੇ ਕਿਤਾਬ ਪੜ੍ਹਨ ਵਿੱਚ ਸਵਾਦ ਨਹੀਂ ਸੀ ਆਉਂਦਾ ਤੇ ਨਾ ਹੀ ਕਿਤਾਬ ਦਾ ਪੂਰਾ ਇਹਤਰਾਮ ਹੁੰਦਾ ਏ। ਇੱਕ ਦਿਨ ਮੈਨੂੰ ਹੁਕਮ ਹੋਇਆ, ਉਸ ਢੇਰ ਵਿੱਚੋਂ ਵੇਖ, ਕਿਤਾਬ ਏ ਨਾ ਕਾਬਿਲ ਤਸਖੀਰ ਜ਼ਿਹਨ ਇਨਸਾਨੀ। ਮੈਂ ਲੱਭਣ ਵਿੱਚ ਜੁਟ ਗਿਆ। ਕਿਤਾਬਾਂ ਦੇ ਢੇਰਾਂ ਦੇ ਢੇਰ ਫਰੋਲ ਮਾਰੇ, ਪਰ ਕਿਤਾਬ ਨਹੀਂ ਸੀ ਲੱਭ ਰਹੀ। ਬੂਹੇ ਵਿੱਚੋਂ ਕਿਸੇ ਬੰਦੇ ਨੇ ਆਵਾਜ਼ ਦੇ ਕੇ ਆਖਿਆ, ਉਸਤਾਦ ਜੀ, ਪਤੀਲਾ ਫੜਾਇਆ ਜੇ। ਉਸ ਬੰਦੇ ਜਿਹੜਾ ਉਹਨਾਂ ਦਾ ਹੀ ਹਮ ਉਮਰ ਸੀ, ਹੱਥ ਅੱਗੇ ਵਧਾਇਆ। ਕਿਹੜਾ ਪਤੀਲਾ ਹਕੀਮ ਜੀ? ਆਓ ਬੈਠੋ। ਕੀ ਗੱਲ ਏ? ਇੱਥੇ ਤਾਂ ਕੋਈ ਪਤੀਲਾ ਨਹੀਂ, ਇਹ ਕੁਝ ਹਾਂਡੀ ਪਕਾਉਣ ਲਈ ਬਰਤਨ ਨੇ। ਚਲੋ ਇਹ ਵੀ ਗਿਆ। ਹਕੀਮ ਜੀ ਉੱਥੋਂ ਅਫਸੋਸ ਕਰਦੇ ਹੋਏ ਆਖਿਆ, ਪਲਾ ਪਕਾਇਆ ਸੀ ਇੱਕ ਦੇਗ ਨਿਆਜ਼ ਲਈ। ਚੌਲਾਂ ਤੇ ਬੋਟੀਆਂ ਨਾਲ ਭਰ ਕੇ ਪਤੀਲਾ ਤੁਹਾਡੇ ਵੱਲ ਘੱਲਿਆ ਸੀ। ਇੱਧਰ ਹੀ ਕੋਈ ਬੰਦਾ ਆ ਰਿਹਾ ਸੀ, ਤੁਹਾਡਾ ਕੋਈ ਸ਼ਾਗਿਰਦ ਹੋਣਾ ਏ। ਮੈਂ ਇਤਬਾਰ ਕਰਕੇ ਲੁੱਟਿਆ ਗਿਆ। ਮੇਰਾ ਕਿਹੜਾ ਸ਼ਾਗਿਰਦ ਸੀ? ਹਕੀਮ ਜੀ, ਕੌਣ ਸੀ? ਮੈਂ ਕੀ ਜਾਣਾ, ਇਤਬਾਰ ਕਰ ਲਈਦਾ ਏ ਲੋਕਾਂ ਉੱਤੇ। ਹਕੀਮ ਜੀ ਨੇ ਆਖਿਆ, ਇਸੇ ਤਰ੍ਹਾਂ ਲੋਕਾਂ ਨਾਲ ਨੇਕੀਆਂ ਕਰ ਕਰਕੇ ਮੇਰੇ ਬਹੁਤ ਸਾਰੇ ਭਾਂਡੇ ਗੁਆਚ ਗਏ ਨੇ। ਜਿੱਧਰ ਵੀ ਕੋਈ ਸ਼ੈ ਟੋਰੀ ਦੀ ਏ, ਪਰਤ ਕੇ ਨਹੀਂ ਆਈ। ਉੱਥੋਂ ਹੀ ਪਰਤ ਕੇ ਜਾਂਦੇ ਹੋਏ ਆਖਿਆ, ਅਸਾਂ ਤਾਂ ਨੇਕੀ ਕਰਦੇ ਹੀ ਠੱਗੇ ਜਾਂਦੇ ਆ, ਪਤਾ ਨਹੀਂ ਲੋਕ ਕੀ ਸਮਝਦੇ ਹੋਸਨ। ਹਕੀਮ ਦੇ ਜਾਵਣ ਮਗਰੋਂ ਉਸਤਾਦ ਬਹੁਤ ਹੱਸੇ। ਵਾਹ ਹਕੀਮ ਜਲੰਧਰ ਦਾ, ਵਾਹ ਆਖ ਕੇ ਫੇਰ ਹੱਸਣ ਲੱਗ ਪੈਂਦੇ ਸਨ। ਮੈਂ ਹੈਰਾਨ ਸਾਂ ਕਿ ਵਿਚਾਰੇ ਦਾ ਨੁਕਸਾਨ ਹੋ ਗਿਆ ਏ, ਪਰ ਇੱਥੇ ਹਾਸਾ ਕਿਹੜੀ ਗੱਲ ਉੱਤੇ। ਫਿਰ ਉਹਨਾਂ ਮੈਨੂੰ ਪੁੱਛਿਆ, ਸ਼ੇਖੂਪੁਰੀਆ, ਤੇਰੇ ਪਿੰਡ ਕੋਈ ਐਸਾ ਹਕੀਮ ਹੈ ਜਲੰਧਰ ਦਾ? ਮੈਨੂੰ ਕੁਝ ਸਮਝ ਨਹੀਂ ਆਈ। ਮੈਂ ਅਜੇ ਵੀ ਹੈਰਾਨ ਸਾਂ। ਉਸਤਾਦ ਜੀ ਦੱਸਿਆ, ਸ਼ੇਖੂਪੁਰੀਆ, ਪਹਿਲੇ ਪਹਿਲ ਤਾਂ ਮੈਨੂੰ ਵੀ ਸਮਝ ਨਹੀਂ ਸੀ ਆਇਆ ਕਰਦੀ ਜਦ ਮੈਂ ਇੱਥੇ ਆਇਆ ਸਾਂ। ਇਹ ਪਹਿਲੇ ਤੋਂ ਹੀ ਇੱਥੇ ਸੀ, ਨਾਲ ਹੀ ਇਹਦੀ ਹਕਮਤ ਦੀ ਦੁਕਾਨ ਏ। ਹਕੀਮ ਜੀ ਮੇਰੇ ਕੋਲ ਆ ਕੇ ਬਹਿ ਜਾਇਆ ਕਰਦੇ ਸਨ ਤੇ ਆਪਣੀਆਂ ਗੱਲਾਂ ਸੁਣਾਇਆ ਕਰਦੇ ਸਨ। ਆਪਣੇ ਕਿੱਸੇ, ਆਪਣੀ ਜਵਾਨੀ ਤੇ ਹੁਸਨ ਦੇ ਕਿੱਸੇ, ਸਖਾਵਤ ਤੇ ਹਕਮਤ ਦੇ ਕਿੱਸੇ, ਕੁਝ ਵਾਨਗੀ ਦੇ ਕਿੱਸੇ ਸੁਣੇਗਾ ਜੀ ਜੇ ਦਿਲਚਸਪ ਹੋਵਣ ਤਾਂ। ਮੈਂ ਅਜੇ ਵੀ ਨਹੀਂ ਸਾਂ ਕੁਝ ਸਮਝ ਸਕਿਆ। ਉਹਨਾਂ ਆਖਿਆ, ਪਹਿਲਾ ਕਿੱਸਾ ਤਾਂ ਹਕੀਮ ਜੀ ਆਪਣੀ ਜਵਾਨੀ ਦਾ ਸੁਣਾਇਆ ਕਿ ਜਦ ਮੈਂ ਜਵਾਨ ਹੁੰਦਾ ਸਾਂ, ਪੂਰੀ ਜਵਾਨੀ ਮੇਰੇ ਸਰੀਰ ਦੇ ਦਰਸ਼ਨ ਲਈ ਲੋਕ ਦੂਰੋਂ ਦੂਰੋਂ ਆਇਆ ਕਰਦੇ ਸਨ। ਲੋਕਾਂ ਦੇ ਜ਼ੌਕ ਸ਼ੌਕ ਤੇ ਬੇਸਬਰੀ ਵਜੋਂ ਸਾਡੇ ਘਰ ਮੇਲਾ ਲੱਗਾ ਰਹਿੰਦਾ ਸੀ। ਸਭ ਨੂੰ ਅਸੀਂ ਅੰਨ ਪਾਣੀ ਕਰਵਾ ਕੇ ਘੱਲਦੇ ਸਾਂ। ਜਦ ਬਹੁਤ ਮੁਲਕ ਟੁੱਕਣ ਲੱਗਾ ਤਾਂ ਮੇਰੇ ਪਿਓ ਮੈਨੂੰ ਅੰਦਰ ਬੰਦ ਕਰ ਦਿੱਤਾ। ਸਿਰਫ ਜੁੰਮੇ ਦੇ ਜੁੰਮੇ ਮੇਰਾ ਦਰਸ਼ਨ ਕਰਵਾਇਆ ਜਾਂਦਾ ਸੀ ਤੇ ਉਹ ਵੀ ਬਾਲਕੋਨੀ ਵਿੱਚੋਂ। ਬਸ 5 ਮਿੰਟ ਲਈ ਸਾਹਮਣੇ ਆਉਂਦਾ ਸੀ। ਮੇਰੀ ਇੱਕ ਝਲਕ ਵੇਖਣ ਲਈ ਪੂਰੀ ਰਿਆਸਤ ਕੀ, ਦੂਜੇ ਰਜਵਾੜਿਆਂ ਤੋਂ ਵੀ ਲੋਕ 8-8 ਦਿਨ ਪਹਿਲੇ ਆ ਕੇ ਸਾਡੇ ਘਰ ਦੇ ਸਾਹਮਣੇ ਡੇਰਾ ਲਾਇਆ ਕਰਦੇ ਸਨ। ਆਪਣੇ ਬਿਸਤਰਿਆਂ ਤੇ ਬਾਲ ਬੱਚੇ ਸਮੇਤ ਆਉਂਦੇ ਸਨ। ਲੋਕ ਮੇਰੇ ਉੱਤੋਂ ਪੈਸੇ ਵਾਰਨਾ ਚਾਹੁੰਦੇ ਸਨ, ਪਰ ਮੇਰੇ ਪਿਓ ਸਖਤੀ ਨਾਲ ਮਨਾ ਕਰਕੇ ਆਖ ਦਿੱਤਾ, ਸਾਡੇ ਮੁੰਡੇ ਦਾ ਹੁਸਨ ਜਵਾਨੀ ਵਿਕਾਊ ਨਹੀਂ। ਇੱਕ ਵਾਰ ਤਾਂ ਇੱਕ ਰਾਜੇ ਮੈਨੂੰ ਆਪਣੀ ਧੀ ਤੇ ਅੱਧੀ ਰਿਆਸਤ ਦੇਵਣ ਦੀ ਵੀ ਮਿਹਨਤ ਕੀਤੀ ਸੀ, ਪਰ ਮੇਰੇ ਪਿਓ ਕਿਸੇ ਨੂੰ ਮੂੰਹ ਹੀ ਨਹੀਂ ਸੀ ਲਾਇਆ। ਹਕੀਮ ਜੀ ਦਾ ਆਖਣਾ ਸੀ ਕਿ ਮੇਰੀ ਤਾਕਤ ਤੇ ਟਿੱਲ ਦਾ ਤੇ ਅੰਦਾਜ਼ਾ ਹੀ ਨਹੀਂ ਸੀ। ਤੁਸੀਂ ਜਲੰਧਰ ਸ਼ਹਿਰ ਜਾਓ ਤਾਂ ਉੱਥੇ ਤੁਹਾਨੂੰ ਹਰ ਢੱਗਾ ਕੁੱਬਾ ਨਜ਼ਰ ਆਵੇਗਾ। ਕੀ ਵਜ੍ਹਾ ਏ ਭਲਾ? ਵਜ੍ਹਾ ਇਹ ਕਿ ਮੈਂ ਸ਼ਹਿਰ ਦੇ ਜਿਹੜੇ ਢੱਗੇ ਉੱਤੇ ਵੀ ਹੱਥ ਰੱਖਦਾ, ਉਹਦਾ ਹੀ ਲੱਟ ਟੁੱਟ ਜਾਂਦਾ ਸੀ। ਹੁਣ ਉੱਥੇ ਨਸਲੀ ਕੁੱਬੇ ਢੱਗਿਆਂ ਦੀ ਮਿਲੇਗੀ ਤੁਹਾਨੂੰ। ਇੱਕ ਵਾਰ ਸਾਡੇ ਕਿਸੇ ਰਿਸ਼ਤੇਦਾਰ ਮੁੰਡੇ ਦੀ ਜੰਝ ਜਲੰਧਰੋਂ ਬਾਹਰ ਕਿਸੇ ਪਿੰਡ ਜਾਣੀ ਸੀ। ਪਿੰਡਾਂ ਦੇ ਰਾਹ ਕੱਚੇ ਹੀ ਹੁੰਦੇ ਸਨ, ਇਹ ਤਾਂ ਤੁਹਾਨੂੰ ਮਾਲੂਮ ਹੀ ਹੋਵੇਗਾ। ਮੀਂਹ ਵਰਿਆ ਹੋਇਆ ਸੀ, ਹਰ ਪਾਸੇ ਚਿੱਕੜ ਖੋਬਾਂ ਬਹੁਤ ਸੀ। ਰਾਹ ਵਿੱਚ ਇੱਕ ਥਾਂ ਬੱਸ ਕੁੱਭ ਗਈ। ਡਰਾਈਵਰ ਬਥੇਰਾ ਵੱਸ ਲਾਇਆ, ਬੱਸ ਨਾ ਨਿਕਲੀ। ਸਵਾਰੀਆਂ ਹੇਠਾਂ ਉਤਾਰ ਦਿੱਤੀਆਂ। ਖਾਲੀ ਬੱਸ ਨੂੰ ਸਾਰੀ ਜੰਝ ਧੱਕਾ ਲਾਇਆ, ਪਰ ਬੱਸ ਤਾਂ ਧੁਰੇ ਤੀਕਰ ਖੁੱਭੀ ਹੋਈ ਸੀ, ਉਹ ਕਿੱਥੋਂ ਨਿਕਲੇ। ਲਾੜੇ ਦਾ ਪਿਓ ਬੜਾ ਪਰੇਸ਼ਾਨ ਹੋਇਆ।
ਡਰੇ ਜੇ ਕੁਵੇਲ ਹੋ ਗਈ ਤਾਂ ਕੁੜੀ ਵਾਲਿਆਂ ਨਾਰਾਜ਼ ਹੋ ਜਾਣਾ ਏ। ਮੇਰੇ ਪਿਓ ਨੂੰ ਉਹਦੇ ਉੱਤੇ ਤਰਸ ਆ ਗਿਆ। ਉਸ ਆਖਿਆ, ਸਾਰੇ ਬਹਿ ਜਾਓ ਆਪਣੀਆਂ ਆਪਣੀਆਂ ਸੀਟਾਂ ਉੱਤੇ। ਮੇਰੇ ਪਿਓ ਦਾ ਹੁਕਮ ਸੀ। ਸਾਰੀ ਜੰਝ ਸੀਟਾਂ ਉੱਤੇ ਜਾ ਬੈਠੀ। ਰਹਿੰਦੀ ਜੰਝ ਛੱਤ ਉੱਤੇ ਜਾ ਚੜ੍ਹੀ। ਲਾੜਾ ਤੇ ਲਾੜੇ ਦੇ ਪਿਓ ਨੂੰ ਵੀ ਮੇਰੇ ਪਿਓ ਬੱਸ ਵਿੱਚ ਅੰਦਰ ਧੱਕ ਦਿੱਤਾ। ਆਪ ਵੀ ਬੱਸ ਵਿੱਚ ਬੈਠ ਕੇ ਮੈਨੂੰ ਆਖਿਆ, ਚੱਲ ਪੁੱਤਰ, ਦੇ ਮੋਢਾ, ਅੰਤ ਭਲੇ ਦਾ ਭਲਾ। ਮੈਂ ਬੱਸ ਨੂੰ ਮੋਢਾ ਦੇ ਕੇ ਖੋਬੇ ਵਿੱਚੋਂ ਕੱਢਿਆ, ਜਿਵੇਂ ਮੱਖਣ ਵਿੱਚੋਂ ਵਾਲ ਕੱਢ ਲਈਦਾ ਏ ਉਸਤਾਦ ਜੀ। ਮੈਂ ਇੰਜਣ ਬੰਦ ਕਰ ਦਿੱਤਾ ਸੀ। ਤੋੜ ਕੁੜੀ ਵਾਲਿਆਂ ਦੇ ਪਿੰਡ ਤੀਕਰ ਮੋਢੇ ਨਾਲ ਧੱਕ ਕੇ ਬੱਸ ਅਪੜਾ ਦਿੱਤੀ ਸੀ। ਜਦ ਕੁੜੀ ਵਾਲਿਆਂ ਨੂੰ ਮੇਰੀ ਤਾਕਤ ਦਾ ਪਤਾ ਲੱਗਾ ਤਾਂ ਉਹਨਾਂ ਆਪਣੀਆਂ ਸਾਰੀਆਂ ਕੁੜੀਆਂ ਸਾਹਮਣੇ ਪਾਲ ਵਿੱਚ ਖਿਲਾਰਦੇ ਮਿੰਨਤ ਕੀਤੀ ਕਿ ਜਿਹਦੇ ਉੱਤੇ ਹੱਥ ਰੱਖੇ ਉਹੀ ਤੇਰੀ। ਪਰ ਮੈਂ ਕਿਸੇ ਉੱਤੇ ਥੁੱਕਿਆ ਵੀ ਨਾ। ਮੇਰੇ ਮੂੰਹੋਂ ਵਾਹ ਵਾਹ ਨਿਕਲਿਆ ਤਾਂ ਉਸਤਾਦ ਜੀ ਪੁੱਛਿਆ, ਸ਼ੇਖੂਪੁਰੀਆ, ਤੂੰ ਵੇਖਿਆ ਏ ਕਦੇ ਇਹੋ ਜਿਹਾ ਹਕੀਮ ਜਲੰਧਰ ਦਾ? ਆਪ ਹਜੇ ਹੱਸ ਰਹੇ ਸਨ। ਉਹਨਾਂ ਨੇ ਆਖਿਆ, ਇਹੋ ਜਿਹੇ ਕਈ ਕਿੱਸੇ ਹਕੀਮ ਸੁਣਾਏ ਸਨ ਮੈਨੂੰ। ਇਹ ਤਾਂ ਬਹੁਤ ਵਧੀਆ ਬੰਦਾ ਏ ਉਸਤਾਦ ਜੀ। ਮੈਂ ਐਸਾ ਕੋਈ ਹਕੀਮ ਨਹੀਂ ਵੇਖਿਆ। ਜੇ ਕੋਈ ਹੈ ਵੀ ਤਾਂ ਮੈਂ ਕਦੀ ਗੌਰ ਨਹੀਂ ਸੀ ਕੀਤਾ। ਫਿਰ ਉਸਤਾਦ ਜੀ ਹਕੀਮ ਦੀ ਜਵਾਨੀ ਦਾ ਇੱਕ ਹੋਰ ਕਿੱਸਾ ਸੁਣਾਇਆ, ਜਿਹੜਾ ਹਕੀਮ ਸਾਹਿਬ ਉਹਨਾਂ ਨੂੰ ਸੁਣਾਇਆ ਕਰਦੇ ਸਨ। ਹਕੀਮ ਜੀ ਆਖਿਆ ਕਰਦੇ ਸਨ ਕਿ ਮੈਂ ਜਵਾਨੀ ਵੇਲੇ ਦੌੜ ਲਾਇਆ ਕਰਦਾ ਸਾਂ। ਇੱਥੇ ਲਾਹੌਰੋਂ ਸ਼ੇਖੂਪੁਰੇ ਤੀਕਰ ਮੇਰੇ ਰਾਹ ਵਿੱਚ ਮੀਲ ਮੀਲ ਉੱਤੇ ਜੱਟੀਆਂ ਲੱਸੀ ਦੀ ਚਾਟੀ ਤੇ ਵਿੱਚ ਮੱਖਣ ਦਾ ਪੇੜਾ ਲੈ ਕੇ ਖਲੋਤੀਆਂ ਹੁੰਦੀਆਂ ਸਨ। ਮੇਰੀ ਜਵਾਨੀ ਵੇਖ ਜੱਟੀਆਂ ਤੜਫ ਤੜਫ ਜਾਂਦੀਆਂ ਸਨ। ਮੈਂ ਲੱਸੀ ਪੀਤੀ ਜਾਂਦਾ ਤੇ ਮੱਖਣ ਖਾਈ ਜਾਂਦਾ ਸਾਂ। ਜਦ ਕੋਈ ਜੱਟੀ ਨੇੜੇ ਹੋਵਣ ਲੱਗਦੀ ਤਾਂ ਮੈਂ ਆਖਦਾ, ਹਟ ਗਸ਼ਤੀ। ਮੈਂ ਸ਼ੇਖੂਪੁਰੇ ਤੋਂ ਪਰਤਦਾ ਤਾਂ ਜੱਟੀਆਂ ਅਜੇ ਤੀਕਰ ਉਸੇ ਹੀ ਹਾਲਤ ਵਿੱਚ ਖਲੋਤੀਆਂ ਹੁੰਦੀਆਂ ਸਨ। ਉਹਨਾਂ ਚਾਟੀਆਂ ਉਲੇਰੀਆਂ ਹੁੰਦੀਆਂ ਤੇ ਅੱਖਾਂ ਮੇਰੇ ਪੈਰਾਂ 'ਤੇ ਜਮਾਈਆਂ ਹੁੰਦੀਆਂ ਸਨ। ਪਰ ਮੈਂ ਕਿਸੇ ਨੂੰ ਵੀ ਮੂੰਹ ਨਾ ਲਾਵਦਾ ਤੇ ਸਿੱਧਾ ਇੱਥੇ ਆ ਜਾਂਦਾ। ਮੇਰੀ ਤੇਜ਼ੀ ਇੰਨੀ ਸੀ ਕਿ ਜਦ ਮੈਂ ਦੌੜਨ ਲਈ ਭੱਜਦਾ, ਇੱਥੇ ਸ਼ੇਖੂਪੁਰਾ ਜਾਵਣ ਵਾਲੀ ਬੱਸ ਸਵਾਰੀਆਂ ਬਿਠਾ ਕੇ ਰਵਾਨਾ ਹੋਣ ਲਈ ਤਿਆਰ ਖਲੋਤੀ ਹੁੰਦੀ ਸੀ। ਮੈਂ ਪਰਤ ਕੇ ਆ ਜਾਂਦਾ ਤਾਂ ਬੱਸ ਅਜੇ ਤਿਆਰੀ ਪਈ ਫੜਨੀ ਹੁੰਦੀ ਸੀ। ਬੱਸ ਦਾ ਡਰਾਈਵਰ ਤੇ ਸਵਾਰੀਆਂ ਹੈਰਾਨ ਹੁੰਦੀਆਂ ਕਿ ਕੀ ਜਵਾਨੀ ਏ ਗੱਭਰੂ ਦੀ, ਇੰਨੀ ਛੇਤੀ ਦਾ ਕੋਈ ਜਨ ਵੀ ਨਹੀਂ ਪਰਤ ਸਕਦਾ। ਹਕੀਮ ਬਾਰੇ ਇੰਨੀਆਂ ਮਜ਼ੇਦਾਰ ਗੱਲਾਂ ਸੁਣ ਕੇ ਮੈਨੂੰ ਵੀ ਬੜਾ ਹਾਸਾ ਆਇਆ ਕਰਦਾ ਸੀ। ਉਸਤਾਦ ਜੀ ਹਕੀਮ ਬਾਰੇ ਗੱਲਾਂ ਸੁਣਾਈ ਜਾਂਦੇ ਸਨ। ਇੰਨੀਆਂ ਗੱਲਾਂ ਕਿ ਮੁੱਕਣ ਵਿੱਚ ਹੀ ਨਹੀਂ ਸਨ ਆ ਰਹੀਆਂ। ਇੱਕ ਤੋਂ ਦੂਜੀ ਤੇ ਦੂਜੀ ਤੋਂ ਤੀਜੀ ਵੱਧ। ਉਸਤਾਦ ਜੀ ਆਖਿਆ, ਸ਼ੇਖੂਪੁਰੀਆ, ਜੇ ਤੂੰ ਕਹਾਣੀ ਲਿਖਣੀ ਏ ਤਾਂ ਇਹੋ ਜਿਹੇ ਬੰਦਿਆਂ ਦੀ ਭਾਲ ਕਰਿਆ ਕਰ। ਕਰੈਕਟਰ ਵੇਖਿਆ ਕਰ, ਬੜਾ ਸਵਾਦ ਮਿਲਦਾ ਏ, ਸਮਾਜ ਦੀ ਸਮਝ ਲੱਗਦੀ ਏ। ਵਾਹ ਉਸਤਾਦ ਜੀ, ਮੇਰੇ ਲਈ ਇਹ ਵੀ ਬਹੁਤ ਵਧੀਆ ਤੇ ਨਵੀਂ ਗੱਲ ਏ। ਕਿਤਾਬ ਲੱਭਣੀ ਭੁੱਲ ਕੇ ਅਸਾਂ ਫੇਰ ਹਕੀਮ ਜੀ ਦੀਆਂ ਗੱਲਾਂ ਕਰਨ ਲੱਗ ਪਏ। ਉਸਤਾਦ ਜੀ ਮੇਰੀ ਹਯਾਤੀ ਦੇ ਮੁੱਢਲੇ ਦਿਨਾਂ ਬਾਰੇ ਪੁੱਛਿਆ, ਤੇਰਾ ਪਿਛੋਕੜ ਕੈਸਾ ਲੰਘਿਆ ਏ? ਤੂੰ ਆਪਣੇ ਬਾਰੇ ਬਹੁਤ ਘੱਟ ਦੱਸਿਆ ਏ ਸ਼ੇਖੂਪੁਰੀਆ। ਮੇਰੀ ਹਯਾਤੀ ਕਿਹੜੀ ਹਯਾਤੀ ਉਸਤਾਦ ਜੀ? ਮੈਂ ਆਖਿਆ, ਜਿੱਥੇ ਲੋਕਾਂ ਕਰੋੜਾਂ ਗਰੀਬਾਂ ਦੇ ਬਾਲ ਰੁਲਦੇ ਫਿਰਦੇ ਨੇ, ਉੱਥੇ ਮੈਂ ਵੀ ਇੰਜ ਦਾ ਇੱਕ ਬਾਲ ਸਾਂ। ਵੱਗ ਮੰਗੂ ਵੀ ਚਾਰਦਾ ਰਿਹਾ ਵਾਂ ਤੇ ਵਾਹੀ ਫਾਂਡੀ ਵੀ ਕੀਤੀ ਏ। ਰਾਜਾਂ ਮਿਸਤਰੀਆਂ ਮਗਰ ਇੱਟਾਂ ਦਾ ਭਾਰ ਸਿਰ ਉੱਤੇ ਚੁੱਕ ਕੇ ਲੋਕਾਂ ਵਾਸਤੇ ਘਰ ਬਣਵਾਉਂਦਾ ਰਿਹਾ ਵਾਂ। ਦਿਹਾੜੀ ਦੱਪਾ ਤਾਂ ਅੱਜ ਵੀ ਕਰ ਰਿਹਾ ਵਾਂ। ਵੱਗ ਉੱਤੇ ਗੱਲ ਕਰਦਿਆਂ ਉਹਨਾਂ ਵਾਰਸ਼ ਸ਼ਾਹ ਦੇ ਦੱਸੇ ਹੋਏ ਮੱਝਾਂ ਦੇ ਰੂਪ ਬਾਰੇ ਪੁੱਛਿਆ। ਮੀਣੀਆਂ, ਢੈਲੀਆਂ, ਢਿੱਡਲਾਂ, ਪੰਜ ਕਲਿਆਣੀਆਂ ਤੇ ਕਈ ਹੋਰ ਕਿਸਮਾਂ ਦੇ ਨਾਂ ਲੈ ਕੇ ਉਹਨਾਂ ਮੇਰੀ ਸਮਝ ਦੀ ਇਮਤਿਹਾਨ ਲਿਆ। ਮੇਰੂਆਂ ਦੀਆਂ ਕਿਸਮਾਂ, ਗੋਰੀਆਂ ਦੀਆਂ ਕਿਸਮਾਂ ਬਾਰੇ ਪੁੱਛਿਆ। ਪਰ ਮੇਰੇ ਲਈ ਇਹ ਹੋਰ ਵੀ ਅਚੰਭੇ ਵਾਲੀ ਗੱਲ ਸੀ ਕਿ ਉਸਤਾਦ ਜੀ ਪੇਂਡੂ ਰਹਿਤਲ ਤੇ ਢੋਰ ਡੰਗਰਾਂ ਬਾਰੇ ਮੈਥੋਂ ਜ਼ਿਆਦਾ ਜਾਣਕਾਰੀ ਰੱਖਦੇ ਸਨ। ਭੇਡਾਂ ਬੱਕਰੀਆਂ ਬਾਰੇ ਮੈਂ ਕੋਈ ਜ਼ਿਆਦਾ ਨਹੀਂ ਸਾਂ ਜਾਣਦਾ। ਉਹਨਾਂ ਦੇ ਪੁੱਛਣ ਉੱਤੇ ਮੈਂ ਸਾਫ਼ ਆਖ ਦਿੱਤਾ ਕਿ ਭੇਡਾਂ ਬੱਕਰੀਆਂ ਬਾਰੇ ਮੈਂ ਜ਼ਿਆਦਾ ਨਹੀਂ ਜਾਣਦਾ। ਉਹਨਾਂ ਆਪ ਭੇਡਾਂ ਬੱਕਰੀਆਂ ਬਾਰੇ ਮੈਨੂੰ ਜਾਣਕਾਰੀ ਦਿੱਤੀ। ਉਹਨਾਂ ਦੀਆਂ ਕਿਸਮਾਂ, ਰੰਗ, ਰੂਪ ਤੇ ਕਿਹੜੇ ਕਿਹੜੇ ਇਲਾਕੇ ਵਿੱਚ ਹੁੰਦੀਆਂ ਹਨ ਦੱਸਿਆ। ਕਮਾਲ ਏ, ਮੈਂ ਸੋਚਦਾ, ਇਹ ਬੰਦਾ ਸ਼ਹਿਰ ਵਿੱਚ ਹੁੰਦਿਆਂ ਹੋਇਆਂ ਵੀ ਮੈਥੋਂ ਜ਼ਿਆਦਾ ਪਿੰਡਾਂ ਦੀ ਰਹਿਤਲ ਨੂੰ ਜਾਣਦਾ ਤੇ ਸਮਝਦਾ ਏ। ਉਹਨਾਂ ਵਾਹੀ ਬੀਜੀ ਦੇ ਤਰੀਕੇ ਤੇ ਗੱਡ ਬਾਰੇ ਮੈਨੂੰ ਕਈ ਸਵਾਲ ਕੀਤੇ। ਇਹਨਾਂ ਕੰਮਾਂ ਦਾ ਮੈਂ ਡਾਢਾ ਜਾਣੂ ਸਾਂ। ਉਹਨਾਂ ਇੱਕ ਇੱਕ ਚੀਜ਼ ਦਾ ਨਾਂ ਲੈ ਕੇ ਪੁੱਛਿਆ, ਇਹ ਕਿਹੜੇ ਕਿਹੜੇ ਕੰਮ ਆਉਂਦੀਆਂ ਨੇ? ਮਸਲਨ ਗੱਡ ਦੀਆਂ ਛਿਆਂ, ਪੰਜੀ ਤੇ ਹੋਰ ਜਿਵੇਂ ਜੋਤਰ, ਜੂਲਾ, ਅਰ, ਨਾਭ, ਮੁੰਨਾ, ਧਰ, ਪੜੈਲ ਦਾ ਕਲ, ਲਾਰ, ਘਾਸਾ, ਲਾਦੂ,
ਉਲਾਰ, ਵੱਤਰ, ਓੜਨਾ, ਭੰਡਾਰੀ ਤੇ ਹੋਰ ਬਹੁਤ ਸਾਰੇ ਨਾਂ। ਮੇਰੇ ਲਈ ਇਹ ਉਲਝਣ ਕਿ ਉਸਤਾਦ ਜੀ ਇੰਨਾ ਕੁਝ ਜਾਣਦੇ ਨੇ। ਮੇਰੀ ਹੈਰਾਨੀ ਵੇਖ ਕੇ ਉਹਨਾਂ ਆਪ ਹੀ ਦੱਸਿਆ, ਸ਼ੇਖੂਪੁਰੀਆ, ਮੈਂ ਆਪ ਵੀ ਗੱਡ ਵਾਂਦਾ ਰਿਹਾ ਵਾਂ, ਬਾਗਬਾਨਪੁਰੇ ਤੋਂ ਅਕਬਰੀ ਮੰਡੀ ਤੀਕਰ। ਮੈਂ ਗਾਡੀਆਂ ਦੇ ਨਾਲ ਆਉਂਦਾ ਜਾਂਦਾ ਸਾਂ ਤੇ ਕਦੀ-ਕਦੀ ਗੱਡ ਉੱਤੇ ਦਿਹਾੜੀ ਵੀ ਲਾ ਲਿਆ ਕਰਦਾ ਸਾਂ। ਉਸਤਾਦ ਜੀ ਦੀ ਹਯਾਤੀ ਮੈਨੂੰ ਆਪਣੇ ਨੇੜੇ-ਨੇੜੇ ਲੱਗੀ। ਮੈਨੂੰ ਹੋਰ ਵੀ ਦਿਲਚਸਪੀ ਪੈਦਾ ਹੋਈ ਕਿ ਇਹ ਇਲਮੋ ਦਾਨਿਸ਼ ਨਾਲ ਭਰਿਆ ਹੋਇਆ ਬੰਦਾ ਹੈ ਕੀ ਏ। ਕਦੇ-ਕਦੇ ਤਾਂ ਯਕੀਨ ਨਹੀਂ ਸੀ ਆਉਂਦਾ ਕਿ ਇਹਨਾਂ ਵੀ ਹਯਾਤੀ ਇੰਝ ਹੀ ਲੰਘਾਈ ਹੋਵੇ, ਪਰ ਡਾਂਡੇ ਤਾਂ ਸਾਰੇ ਮਿਲਦੇ ਸਨ। ਹੁਜਰੇ ਆਵਣ ਜਾਵਣ ਦੀ ਮੈਨੂੰ ਮਨਾਹੀ ਨਹੀਂ ਸੀ। ਕਦੀ-ਕਦੀ ਕੋਈ ਨਵੀਂ ਗੱਲ ਤੇ ਕਦੀ ਕੋਈ ਹੋਰ ਨਵੀਂ ਗੱਲ। ਨਵੇਂ-ਨਵੇਂ ਬੰਦੇ, ਨਵੇਂ-ਨਵੇਂ ਖਿਆਲ ਸੁਣ-ਸੁਣ ਕੇ ਮੈਨੂੰ ਤਾਂ ਦੁਨੀਆ ਹੋਰ ਦੀ ਹੋਰ ਜਾਪਦੀ ਸੀ। ਸਗੋਂ ਮੇਰੀਆਂ ਦਿਲਚਸਪੀਆਂ ਦੇ ਨਾਲ-ਨਾਲ ਉਦਾਸੀਆਂ ਵੱਧ ਰਹੀਆਂ ਸਨ। ਜੀਵਨ ਦੀਆਂ ਔਕੜਾਂ ਤੋਂ ਜਰ ਕੇ ਤਾਇਆ ਫਕੀਰ ਹੋ ਗਿਆ ਹੋਇਆ ਸੀ। ਕੁਝ ਦਿਨ ਤਾਂ ਇੱਥੋਂ ਦੇ ਦਰਬਾਰਾਂ ਉੱਤੇ ਜਾ ਬੈਠਿਆ ਕਰਦਾ ਸੀ। ਇੱਥੋਂ ਦੇ ਜਾਣੂ ਲੋਕ ਮਖੌਲ ਕਰਦਿਆਂ ਆਖਦੇ, 100 ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ। ਕੋਈ ਹਾਣੀ ਆਖਦਾ, ਭੀੜਾਂ ਤੋਂ ਨੱਸ ਪਿਆ ਏ। ਜਿਹੜੇ ਬਾਲ ਜੰਮ ਬੈਠਾ ਏ, ਇਹਨਾਂ ਦਾ ਵਾਰਿਸ ਕੌਣ ਈ? ਕੁਝ ਦਿਨ ਤਾਂ ਜਵਾਬ ਵਿੱਚ ਫਕੀਰ ਆਖਦਾ, ਅੱਲਾ ਵਾਰਿਸ ਏ, ਪਰ ਗੱਲ ਨਾ ਬਣਦੀ। ਲੋਕਾਂ ਦੇ ਤਾਨੇ ਵੱਧਦੇ ਜਾਂਦੇ ਸਨ। ਫਕੀਰ ਇਹ ਜੂਹ ਹੀ ਛੱਡ ਗਿਆ। ਪਤਾ ਨਹੀਂ ਔਲਿਆਈ ਦੀ ਭਾਲ ਵਿੱਚ ਕਿੱਥੇ-ਕਿੱਥੇ ਫਿਰਿਆ ਤੇ ਕਿੱਥੇ-ਕਿੱਥੇ ਮੱਥਾ ਟੇਕਿਆ। ਮਜ਼ਾਰਾਂ ਉੱਤੇ ਗੱਦੀ ਨਸ਼ੀਨਾਂ ਦੀ ਸੇਵਾ ਕੀਤੀ। ਪਹਿਲੇ ਤਾਂ ਤਾਈ ਜੁਦਾਈ ਕਾਰਨ ਰੋਇਆ ਕਰਦੀ ਸੀ, ਪਰ ਜਦ ਜਵਾਨ ਔਲਾਦ ਹੌਸਲਾ ਦਿੱਤਾ ਕਿ ਅੰਮਾ, ਜੋ ਸਾਡਾ ਨਹੀਂ ਬਣਿਆ ਉਹਦੇ ਲਈ ਕਿਉਂ ਰੋਈਏ, ਔਲਾਦ ਦੇ ਗੁੱਸੇ ਕਾਰਨ ਤਾਈ ਛੁਪ-ਛੁਪ ਕੇ ਰੋਇਆ ਕਰਦੀ ਸੀ। ਫਿਰ ਹੌਲੀ-ਹੌਲੀ ਰੋਣਾ ਬੰਦ ਕਰਕੇ ਤਾਏ ਦੀ ਉਡੀਕ ਵਿੱਚ ਰਹਿੰਦੀ ਸੀ। 3 ਸਾਲਾਂ ਮਗਰੋਂ ਫਕੀਰ ਤਾਇਆ ਘਰ ਆਇਆ। 8-10 ਦਿਨ ਕਿਆਮ ਕੀਤਾ, ਫਿਰ ਕੂਚ ਕਰ ਗਿਆ। ਇੰਜੀ ਸਾਲ 6 ਮਹੀਨੇ ਮਗਰੋਂ ਇੱਕ ਅੱਧਾ ਫੇਰਾ ਘਰ ਪਾਇਆ ਕਰਦਾ ਸੀ। ਇੱਥੇ ਆ ਕੇ ਘਰੋਂ ਬਾਹਰ ਹੀ ਮੈਦਾਨ ਵਿੱਚ ਭੂਰੀ ਵਿਛਾ ਕੇ ਡੇਰਾ ਲਾ ਲੈਂਦਾ। ਲੋਹੇ ਦੀ ਖੁੰਡੀ ਭੋਏ ਵਿੱਚ ਗੱਡ ਕੇ ਖੜੀ ਕਰਦਾ, ਨਾਲ ਚੱਪੀ ਟੰਗ ਕੇ ਨਾਦ ਵਜਾਵਣ ਲੱਗ ਪੈਂਦਾ। ਸਾਡੇ ਵਾਸਤੇ ਫਕੀਰਾਂ ਨੂੰ ਵੇਖਣਾ ਕੋਈ ਨਵੀਂ ਗੱਲ ਨਹੀਂ ਸੀ। ਕਈ ਫਕੀਰ ਆਉਂਦੇ ਜਾਂਦੇ ਰਹਿੰਦੇ ਸਨ, ਪਰ ਤਾਇਆ ਫਕੀਰ ਹੋਇਆ ਤਾਂ ਸਾਡੇ ਲਈ ਮੌਜੂ ਬਣ ਗਿਆ। ਸਿਆਲ ਦੇ ਦਿਨਾਂ ਵਿੱਚ ਫਕੀਰ ਤਾਇਆ ਮੱਚ ਲਾਇਆ ਕਰਦਾ ਸੀ। ਮੱਚ ਵਾਸਤੇ ਬਾਲਣ ਸਾਡੇ ਘਰ ਵਿੱਚੋਂ ਹੀ ਮੰਗਵਾਉਂਦਾ ਸੀ। ਤਾਇਆ ਫਕੀਰ ਸਾਨੂੰ ਇੰਝ ਹੁਕਮ ਕਰਿਆ ਕਰਦਾ ਸੀ ਜਿਵੇਂ ਉਹ ਗੁਰੂ ਤੇ ਅਸਾਂ ਚੇਲੇ ਆਂ। ਮੱਚ ਦੁਆਲੇ ਅਸਾਂ ਵੀ ਬੈਠ ਜਾਂਦੇ। ਵੱਡੇ ਛੋਟੇ ਸਾਰੇ ਫਕੀਰ ਕੋਲ ਆ ਬੈਠਦੇ ਸਾਂ। ਫਕੀਰ ਤਾਇਆ ਫਕੀਰੀ ਲਹਿਜੇ ਵਿੱਚ ਆਪਣੀ ਔਲਿਆਈ ਬਾਰੇ ਦੱਸਦਾ ਕਿ ਬਸ ਅਮਰ ਹੋਵਣ ਵਾਲਾ ਏ। ਫਿਰ ਔਲਿਆਈ ਮਿਲੀ ਕਿ ਮਿਲੀ। ਔਲਿਆਈ ਦੀ ਉਮੀਦ ਵਿੱਚ ਸਗੋਂ ਯਕੀਨ ਵਿੱਚ ਤਾਏ ਦੀਆਂ ਅੱਖਾਂ ਵਿੱਚ ਚਮਕ ਆ ਜਾਂਦੀ ਤਾਂ ਜੋਸ਼ ਵਿੱਚ ਆ ਕੇ ਯਾ ਅਲੀ ਦਾ ਨਾਅਰਾ ਮਾਰਦਾ। ਮੈਂ ਆਖਦਾ, ਰਹਿਣ ਦੇ ਤਾਇਆ, ਔਲਿਆਈ ਕੋਈ ਗੋੜੇ ਬੰਦਾ ਫੜੇ ਤੇ ਮੂੰਹ ਵਿੱਚ ਪਾ ਲਵੇ। ਔਲਿਆਈ ਹੁੰਦੀ ਕੀ ਏ? ਐਵੇਂ ਕੰਮਾਂ ਤੋਂ ਨੱਸੇ ਹੋਏ ਲੋਕ ਫਕੀਰ ਬਣੀ ਫਿਰਦੇ ਨੇ। ਮੇਰੀ ਇਸ ਗੱਲ ਉੱਤੇ ਫਕੀਰ ਤਾਇਆ ਜਲਾਲ ਵਿੱਚ ਆ ਜਾਂਦਾ, ਗਾਲ ਮੰਦਾ ਬੋਲਦਾ, ਓਏ ਗੋਗੀ, ਤੂੰ ਮੇਰੇ ਕਹਿਰ ਕੋਲੋਂ ਬਚ ਜਾ, ਚੰਗਾ ਰਵੇਂਗਾ। ਜਵਾਬ ਵਿੱਚ ਮੈਂ ਹੱਸ ਕੇ ਆਖਿਆ ਕਰਦਾ, ਆਹੋ ਤਾਇਆ, ਤੇਰਾ ਕਹਿਰ ਘਰ ਵਾਲਿਆਂ ਉੱਤੇ ਹੀ ਪੈਣਾ ਏ, ਬਾਹਰ ਤੇਰਾ ਮੰਤਰ ਨਹੀਂ ਫਿਰਦਾ। ਮੇਰੇ ਇਸ ਮਖੌਲ ਤੇ ਟਚਕਰ ਉੱਤੇ ਫਕੀਰ ਤਾਏ ਨੂੰ ਖਿਝ ਚੜ ਜਾਇਆ ਕਰਦੀ ਸੀ। ਗੁੱਸੇ ਨਾਲ ਉਹ ਖੁੰਡੀ ਨੂੰ ਹੱਥ ਪਾ ਲੈਂਦਾ, ਜਲਾਲ ਵਿੱਚ ਆ ਕੇ ਕੰਬਦਾ ਤੇ ਆਖਦਾ, ਵਿਗੜੇ ਬੰਦੇ ਨੂੰ ਸਿੱਧਾ ਕਰਨ ਦੀ ਮੈਨੂੰ ਡਾਢੀ ਜਾਚ ਏ ਗੋਗੀ। ਇਹ ਜਿਹੜਾ ਤੂੰ ਕੁੱਤੇ ਦੀ ਪੂਛਲ ਵਾਂਗ ਡਿੰਗਾ ਰਹਿਣਾ ਏ, ਇੱਕ ਦਿਨ ਪਛਤਾਏਂਗਾ। ਮੇਰੇ ਮੂੰਹ ਨਾ ਲੱਗਿਆ ਕਰ। ਕੋਲ ਸੁਣਦੇ ਦੂਜੇ ਲੋਕ ਵੀ ਮੈਨੂੰ ਟੋਕਦੇ, ਬਾਜ ਆ ਜਾ, ਫਕੀਰ ਨੂੰ ਤੰਗ ਨਾ ਕਰਿਆ ਕਰ, ਫਕੀਰ 7 ਪੀੜ੍ਹੀਆਂ ਤੀਕਰ ਮਾਰ ਕਰਦਾ ਈ। ਜਵਾਬ ਵਿੱਚ ਮੈਂ ਹੋਰ ਆਕੜ ਕੇ ਆਖਦਾ, ਕਿਹੜੀਆਂ 7 ਪੀੜ੍ਹੀਆਂ? ਮੈਨੂੰ ਤਾਂ ਇੱਥੇ 1 ਪੀੜ੍ਹੀਆਂ ਵਿੱਚ ਕੋਈ ਔਲਿਆਈ ਨਜ਼ਰ ਨਹੀਂ ਆਉਂਦੀ। ਇੰਨੀ ਸਖਤ ਗੱਲ ਉੱਤੇ ਤਾਇਆ ਗੁੱਸੇ ਨਾਲ ਉੱਠ ਕੇ ਮੈਨੂੰ ਮਾਰਨ ਲਈ ਉੱਲਰਦਾ, ਪਰ ਮੈਂ ਪਰਾਂ ਹੋ ਜਾਂਦਾ। ਮੇਰੇ ਪਿੱਛੇ ਤਾਇਆ ਦੂਜੇ ਲੋਕਾਂ ਨਾਲ ਗੱਲਾਂ ਕਰਦਾ ਆਖਦਾ, ਇਹ ਸ਼ੈਤਾਨ ਦੀ ਟੂਟੀ ਸ਼ੁਰੂ ਤੋਂ ਹੀ ਨੁਕਤਾਚੀਨੀ ਕਰਦਾ ਰਹਿੰਦਾ ਏ। ਇਹ ਸਾਡੀ ਨਸਲ ਵਿੱਚ ਕੋਈ ਵੱਖਰਾ ਹੀ ਜੰਮ ਪਿਆ ਏ। ਜਿੰਨੇ ਦਿਨ ਤਾਇਆ ਰਹਿੰਦਾ, ਤਾਈ ਖਿਦਮਤ ਵਿੱਚ ਲੱਗੀ ਰਹਿੰਦੀ। ਸਾਲ 6 ਮਹੀਨੇ ਮਗਰੋਂ ਤਾਇਆ ਰੋਜ਼ਾ ਖੋਲ੍ਹਦਾ ਤਾਂ ਕੁਝ ਚਮਕਦਾ ਮਾਲੂਮ ਹੁੰਦਾ। ਕੁਝ ਦਿਨ ਮਗਰੋਂ ਜਦ ਤਾਇਆ ਅਗਲੇ ਸਫ਼ਰ ਲਈ ਤਿਆਰੀ ਕਰਦਾ ਤਾਂ ਜਾਂਦੇ ਵੇਲੇ ਰਾਹ ਵਿੱਚ ਰੋਕ ਕੇ 5 ਦਾ ਨੋਟ ਦੇ ਕੇ ਆਖਦਾ, ਲੈ ਤਾਇਆ, ਨਿਆਜ਼ ਲੈ ਜਾ, ਤੇਰੀ ਸਾਰੀ ਔਲਿਆਈ
1 ਰੁਪਏ ਦਾ ਨੋਟ ਨਹੀਂ ਕੱਢ ਸਕਦੀ। 5 ਦਾ ਨੋਟ ਫੜਨ ਵੇਲੇ ਤਾਇਆ ਮੁਸਕਰਾ ਪੈਂਦਾ ਸੀ। ਆਖਦਾ, ਗੋਗੀ ਕੋਈ ਨੇਕ ਕੰਮ ਕਰ ਲਿਆ ਕਰ, ਕੀ ਹਰ ਵੇਲੇ ਫਕੀਰਾਂ ਦੇ ਮਗਰ ਪਿਆ ਰਹਿਣਾ ਏ, ਬਜ਼ੁਰਗਾਂ ਕੋਲੋਂ ਦੁਆਵਾਂ ਲਿਆ ਕਰ। ਇਹ ਨੇਕੀ ਨਹੀਂ ਤਾਇਆ, ਮੈਂ ਆਪਣੀ ਕਮਾਈ ਵਿੱਚੋਂ ਅੱਲਾ ਦੇ ਸਾਧਵਾਂ ਦੀ ਸੇਵਾ ਪਿਆ ਕਰਨਾ ਵਾਂ। ਨੇਕੀ ਏ ਨੇਕੀ, ਤਾਇਆ ਆਖਦਾ। ਅੱਲਾ ਇਹਦਾ ਅਜ਼ਰ ਦੇਵੇਗਾ, ਪਰ ਮੂੰਹੋਂ ਵੀ ਮੰਦਾ ਨਾ ਬੋਲਿਆ ਕਰ। ਠੀਕ ਏ ਤਾਇਆ, ਮੈਂ ਮੂੰਹੋਂ ਮੰਦਾ ਨਹੀਂ ਬੋਲਿਆ ਕਰਾਂਗਾ। ਮੇਰਾ 5 ਦਾ ਨੋਟ ਵਾਪਸ ਮੋੜ ਦੇ ਤੇ ਮੰਦਾ ਨਾ ਬੋਲਣ ਵਾਸਤੇ ਮੈਨੂੰ ਕੁਝ ਪੱਲਿਓਂ ਦੇ। ਮੇਰੀ ਗੱਲ ਸੁਣ ਕੇ ਜਾਂਦਾ ਜਾਂਦਾ ਤਾਇਆ ਖਲੋ ਜਾਂਦਾ ਤੇ ਮੇਰੇ ਵੱਲ ਵੇਖ ਕੇ ਮੁਸਕਰਾਉਂਦਾ ਤੇ ਆਖਦਾ, ਕੋਈ ਹੋਰ ਟਚਕਰ ਕਰਨੀ ਚਾਹੁੰਦਾ ਏ ਗੋਗੀ? ਨਹੀਂ ਜੀ, ਮੈਂ ਤੇ ਦੱਸਣਾ ਚਾਹੁੰਦਾ ਵਾਂ ਕਿ ਮੈਂ ਕਾਫਰ ਵੀ ਵੇਖ ਲਏ ਨੇ ਤੇ ਮੱਕਿਓਂ ਪਰਾਂ ਰਹਿਣ ਵਾਲੇ ਬੱਦੂ ਵੀ। ਮੈਂ ਤਾਏ ਦੇ ਨਾਲ ਟੁਰਦਿਆਂ ਹੋਇਆਂ ਆਖਿਆ। ਤਾਏ ਦੇ ਹੱਥਾਂ ਤੇ ਪੈਰਾਂ ਵਿੱਚ ਲੋਹੇ ਦੇ ਕੜੇ ਛਣਕ ਰਹੇ ਸਨ। ਇੱਕ ਮੋਢੇ ਨਾਲ ਕਾਚਕੋਲ ਲਮਕ ਰਿਹਾ ਸੀ, ਦੂਜੇ ਮੋਢੇ ਨਾਲ ਨਾਦ। ਹੱਥ ਵਿੱਚ ਲੋਹੇ ਦੀ ਖੁੰਡੀ ਤੇ ਖੁੰਡੀ ਨੂੰ ਛੱਲੇ ਵੀ ਲੋਹੇ ਦੇ ਚਾੜੇ ਹੋਏ ਸਨ। ਸਾਰੇ ਕੜੇ ਤੇ ਛੱਲੇ ਇੱਕ ਤਾਲ ਨਾਲ ਛਣਕਾਵਣ ਦਾ ਵੱਲ ਤਾਏ ਨੂੰ ਆ ਗਿਆ ਹੋਇਆ ਸੀ। ਸਗੋਂ ਇਸ ਛਣ ਦੀ ਲੈ ਉੱਤੇ ਮਸਤ ਰਹਿਣਾ ਵੀ ਸਿੱਖ ਲਿਆ ਹੋਇਆ ਸੀ। ਇਸ ਲੋਰ ਵਿੱਚ ਹੀ ਬਹੁਤ ਸਾਰਾ ਪੰਧ ਪੈਦਲ ਹੀ ਕਰ ਲਿਆ ਕਰਦਾ ਸੀ। ਮੇਰੀ ਗੱਲ ਕਿ ਮੈਂ ਕਾਫਰ ਵੇਖ ਲਏ ਹਨ ਤੇ ਮੱਕਿਓਂ ਪਰਾਂ ਦੇ ਬੱਦੂ ਵੀ, ਸੁਣ ਕੇ ਤਾਇਆ ਉਹਨਾਂ ਪੈਰਾਂ ਉੱਤੇ ਹੀ ਖਲੋ ਗਿਆ। ਕੀ ਆਖਿਆ ਈ ਗੋਗੀ? ਫੇਰ ਆਖੇ ਨਾ। ਮੈਂ ਥੋੜ੍ਹੀ ਜਿਹੀ ਵਿੱਥ ਰੱਖ ਕੇ ਖਲੋਤਾ ਸਾਂ। ਮੈਨੂੰ ਮਾਲੂਮ ਸੀ ਕਿ ਤਾਇਆ ਕਿਸੇ ਵਕਤ ਜਲਾਲ ਵਿੱਚ ਆ ਕੇ ਮੇਰੇ ਉੱਤੇ ਲੋਹੇ ਦੀ ਖੁੰਡੀ ਨਾਲ ਵਾਰ ਕਰ ਸਕਦਾ ਏ, ਪਰ ਖੌਰੇ ਕਿਉਂ ਮੈਨੂੰ ਤਾਏ ਨੂੰ ਤੰਗ ਕਰਕੇ ਖੁਸ਼ੀ ਹੋਇਆ ਕਰਦੀ ਸੀ। ਕਈ ਵਾਰ ਮੈਂ ਆਪਣੇ ਆਪ ਨੂੰ ਮਨ੍ਹਾ ਰੱਖਣ ਦਾ ਯਤਨ ਕਰਦਾ, ਪਰ ਹਰ ਵਾਰ ਮੈਥੋਂ ਮੇਰਾ ਆਪਣਾ ਆਪ ਮੇਰੇ ਵੱਸ ਵਿੱਚ ਨਾ ਰਹਿੰਦਾ। ਸਿੰਗ ਫਸਾ ਹੀ ਲੈਂਦਾ ਸਾਂ। ਸਿੰਘਾਂ ਵਿੱਚ ਸਿੰਗ ਫਸਾ ਦੇਣਾ ਖੌਰੇ ਮੇਰੇ ਲਈ ਸਵਾਦਲਾ ਅਮਲ ਸੀ, ਪਰ ਬਾਅਦ ਵਿੱਚ ਅਫਸੋਸ ਕਰਦਾ ਸਾਂ। ਜਦ ਤਾਏ ਆਖਿਆ, ਕੀ ਆਖਿਆ ਈ ਗੋਗੀ? ਫੇਰ ਆਖੀ ਨਾ। ਜਵਾਬ ਵਿੱਚ ਮੈਂ ਆਖਿਆ, ਤਾਇਆ ਜੀ, ਮੈਂ ਉਹ ਜਿੰਨ ਵੀ ਵੇਖ ਲਿਆ ਏ ਜਿਹੜਾ ਸ਼ਹਿਜ਼ਾਦੀ ਨੂੰ ਚੁੱਕ ਕੇ ਲੈ ਜਾਂਦਾ ਏ। ਫਿਰ ਉਹ ਸ਼ਹਿਜ਼ਾਦੀ ਵੀ। ਮੈਨੂੰ ਇਹ ਵੀ ਸਮਝ ਆ ਗਈ ਏ ਕਿ ਮਾਂ ਸੁਗੰਧ ਕੀ ਹੁੰਦਾ ਏ, ਨਾਲੇ ਦਿਓ ਨੂੰ ਆਦਮ ਬੂ ਕਿਉਂ ਆਵਦੀ ਏ। ਮੈਂ ਇੱਕੋ ਵਾਰ ਸਭ ਕੁਝ ਤਾਏ ਨੂੰ ਯਾਦ ਕਰਵਾ ਰਿਹਾ ਸਾਂ। ਫਕੀਰ ਤਾਏ ਦੇ ਚਿਹਰੇ ਉੱਤੇ ਬਦਲਦੇ ਰੰਗਾਂ ਤੋਂ ਮਾਲੂਮ ਹੋ ਰਿਹਾ ਸੀ ਕਿ ਮੇਰੀ ਗੱਲ ਪਸੰਦ ਨਹੀਂ ਆ ਰਹੀ। ਬਾਲਪੁਣੇ ਦੀਆਂ ਝਾੜਾਂ ਦਾ ਬਦਲਾ ਖੌਰੇ ਮੈਂ ਹੁਣ ਲੈ ਰਿਹਾ ਸਾਂ, ਜਿਹਨੂੰ ਤਾਇਆ ਵੀ ਸਮਝ ਰਿਹਾ ਸੀ। ਉਸ ਨੌਕਰਸ਼ਾਹੀ ਹੁਕਮ ਦਿੱਤਾ, ਜਾ ਹੁਣ ਚਲਾ ਜਾ ਗੋਗੀ, ਮੈਥੋਂ ਫੰਡ ਖਾਏਗਾ। ਮੈਂ ਵੀ ਸਮਝ ਗਿਆ ਕਿ ਤਾਇਆ ਹੁਣ ਸੱਚਮੁੱਚ ਅੱਕ ਗਿਆ ਏ। ਪਿੱਛੇ ਹਟਦਿਆਂ ਹੋਇਆਂ ਸਲਾਮ ਕੀਤਾ ਤੇ ਤਾਏ ਦੇ ਕੜੇ ਦੀ ਛਣਕਾਰ ਵਿੱਚ ਰਵਾਨਾ ਹੋ ਗਿਆ। ਤਾਏ ਦੇ ਜਾਵਣ ਮਗਰੋਂ ਸਾਡੇ ਕੁਨਬੇ ਵਾਲੇ ਕਈ ਦਿਨ ਤਾਏ ਦੀ ਫਕੀਰੀ ਤੇ ਔਲਿਆਈ ਬਾਰੇ ਗੱਲਾਂ ਕਰਦੇ ਰਹਿੰਦੇ ਸਨ, ਪਰ ਇੱਕ ਗੱਲ ਉੱਤੇ ਸਾਰੇ ਮੁਤਫਿਕ ਸਨ ਕਿ ਤਾਏ ਫਕੀਰ ਹੋ ਕੇ ਵੀ ਅਜੇ ਆਪਣੀ ਮੈਂ ਨਹੀਂ ਸੀ ਮਾਰੀ। ਕੋਈ ਆਕੜ ਤੇ ਧੌਂਸ ਵਾਲਾ ਸੁਭਾਅ ਅੱਗੇ ਨਾਲੋਂ ਵੀ ਬਹੁਤਾ ਸੀ। ਤਾਏ ਅੰਦਰ ਕੋਈ ਮੱਚਦੀ ਅੱਗ ਜਾਪਦੀ ਸੀ। ਹੁਜਰੇ ਵਾਲੇ ਦਰਵੇਸ਼ ਨੂੰ ਮੈਂ ਕਦੀ ਉਸਤਾਦ ਜੀ ਕਹਿ ਕੇ ਸਲਾਮ ਕਰਦਾ, ਕਦੀ ਗੁਰੂ ਜੀ ਕਹਿ ਕੇ, ਪਰ ਜਦ ਕਦੇ ਪੀਰ ਮੁਰਸ਼ਦ ਆਖਦਾ ਤਾਂ ਨਾਰਾਜ਼ ਹੋ ਕੇ ਆਖਦੇ, ਸ਼ੇਖੂਪੁਰੀਆ, ਪੀਰ ਮੁਰਸ਼ਦ ਸ਼ਬਦਾਂ ਵਿੱਚੋਂ ਮੈਨੂੰ ਕਰਾਹਤ ਆਉਂਦੀ ਏ, ਮੇਰੇ ਸਾਹਮਣੇ ਇਹ ਲਫ਼ਜ਼ ਨਾ ਬੋਲਿਆ ਕਰ। ਪਰ ਜਦ ਭੁੱਲ ਭੁਲੇਖੇ ਮੇਰੇ ਮੂੰਹੋਂ ਨਿਕਲ ਜਾਂਦਾ ਪੀਰ ਮੁਰਸ਼ਦ ਤਾਂ ਬਹੁਤ ਗੁੱਸਾ ਕਰਦੇ। ਮੈਨੂੰ ਮੁਆਫ਼ੀ ਮੰਗਣੀ ਪੈਂਦੀ। ਮੈਂ ਆਪਣੀ ਸਫਾਈ ਵਿੱਚ ਆਖਦਾ, ਭੁੱਲ ਹੋਈ ਜੀ, ਮੇਰੇ ਮੂੰਹੋਂ ਨਿਕਲ ਗਿਆ ਏ, ਮੇਰੀ ਨੀਅਤ ਨਹੀਂ ਸੀ। ਉਹ ਫੇਰ ਆਖਦੇ, ਮੈਨੂੰ ਕੋਈ ਛੁਰੀ ਮਾਰ ਲਵੇ ਤਾਂ ਸੀ ਨਾ ਕਰਾਂ, ਪਰ ਪੀਰ ਮੁਰਸ਼ਦ ਲਫ਼ਜ਼ਾਂ ਨਾਲ ਮੈਨੂੰ ਦੁੱਖ ਹੁੰਦਾ ਏ। ਹੁਜਰੇ ਵਿੱਚ ਹਰ ਕਿਸਮ ਦੇ ਲੋਕ ਆਉਂਦੇ ਸਨ। ਹਰ ਇੱਕ ਦੇ ਮਜਾਜ ਤੇ ਸੁਭਾਅ ਦੇ ਮੁਤਾਬਕ ਗੱਲ ਕਰਨ ਦਾ ਉਹਨਾਂ ਨੂੰ ਵੱਲ ਆਉਂਦਾ ਸੀ। ਟਾਂਗੇ ਵਾਲਾ, ਛਾਬੜੀ ਵਾਲਾ, ਸਕੂਲੀਆ, ਵਕੀਲ, ਪ੍ਰੋਫੈਸਰ, ਮਜ਼ਦੂਰ, ਸਿਆਸਤਦਾਨ ਤੇ ਹੋਰ ਜੋ ਕੋਈ ਵੀ ਆ ਕੇ ਬੈਠਦਾ ਸੀ, ਇਸ ਦਰਵੇਸ਼ ਨੂੰ ਆਪਣੇ ਵਰਗਾ ਹੀ ਸਮਝਦਾ ਸੀ ਤੇ ਆਪਣੇ ਵਰਗਾ ਹੀ ਜਾਣਦਾ ਸੀ। ਉਹਨਾਂ ਇੱਕ ਦਿਨ ਆਪਣੀ ਜਵਾਨੀ ਦੇ ਯਾਰ ਹੁਸੈਨੇ ਟਾਂਗੇ ਵਾਲੇ ਬਾਰੇ ਇੱਕ ਗੱਲ ਸੁਣਾਈ। ਇਸ ਕਿਸਮ ਦੀਆਂ ਗੱਲਾਂ ਸੈਰ ਵੇਲੇ ਬਾਹਰ ਮੰਟੋ ਪਾਰਕ ਜਾਂ ਦਰਿਆ ਦੇ ਕੰਢੇ ਸੁਣਾਇਆ ਕਰਦੇ ਸਨ। ਸੈਰ ਉੱਤੇ ਉਹ ਸਵੇਰ ਨੂੰ ਵੀ ਜਾਇਆ ਕਰਦੇ ਸਨ, ਪਰ ਮੇਰੇ ਨਾਲ ਸ਼ਾਮ ਨੂੰ ਬਾਹਰ ਨਿਕਲਦੇ ਸਨ। ਰਾਹ ਵਿੱਚ ਤੇ ਪਾਰਕ ਵਿੱਚ ਮੈਥੋਂ ਮੇਰੇ ਬਾਰੇ, ਕੁਝ ਆਪਣੇ ਬਾਰੇ ਗੱਲਾਂ ਕਰਦੇ ਜਾਂਦੇ ਸਨ। ਹੁਸੈਨੇ ਬਾਰੇ ਉਹਨਾਂ ਆਖਿਆ, ਉਹ ਮੇਰਾ ਜਵਾਨੀ ਦਾ ਯਾਰ ਸੀ, ਟਾਂਗਾ ਵਾਂਦਾ ਸੀ। ਹੁਸੈਨਾ ਗਰੀਬ ਹੋਣ ਦੇ ਬਾਵਜੂਦ ਜੀ ਅਵਾਰ,
ਜਿਗਰੀ ਤੇ ਸਮਝਦਾਰ ਕਿਸਮ ਦਾ ਯਾਰ ਸੀ। ਜਦ ਵੀ ਕਦੇ ਭੀੜ ਪਈ ਉਸ ਮਰਦਾਂ ਵਾਂਗ ਮੇਰਾ ਸਾਥ ਦਿੱਤਾ। ਮੇਰੇ ਉੱਤੇ ਖਰਚ ਕਰਨ ਤੋਂ ਨਹੀਂ ਸੀ ਘਾਬਰਿਆ ਕਰਦਾ। ਮੇਰਾ ਜਦ ਵੀ ਦਾਅ ਫਿਰਦਾ ਮੈਂ ਵੀ ਸਭ ਕੁਝ ਉਹਦੇ ਉੱਤੋਂ ਵਾਰ ਦਿੰਦਾ ਸਾਂ। ਦਾਅ ਫਿਰਨ ਦਾ ਮਤਲਬ ਹੋਇਆ, ਤੁਹਾਨੂੰ ਜੂਏ ਬਾਰੇ ਵੀ ਇਲਮ ਹੈ? ਮੈਂ ਗੱਲਾਂ ਵਿੱਚ ਗੱਲ ਵਲਾ ਕੇ ਆਖ ਦਿੱਤਾ। ਉਹਨਾਂ ਆਖਿਆ, ਮੈਂ ਜੂਆ ਖੇਡਦਾ ਰਿਹਾ ਵਾਂ। ਮੇਰਾ ਪਿਓ ਵੀ ਜੂਆ ਖੇਡ ਲੈਂਦਾ ਸੀ ਤੇ ਮੇਰਾ ਚਾਚਾ ਵੀ। ਉਹਨਾਂ ਕੋਲੋਂ ਮੈਨੂੰ ਸ਼ਰਾਬ ਤੇ ਜੂਏ ਦੀ ਲੱਤ ਪਈ ਸੀ। ਸ਼ੇਖੂਪੁਰੀਆ, ਕੁਝ ਗੱਲਾਂ ਬੰਦੇ ਦੇ ਵੱਸ ਵਿੱਚ ਨਹੀਂ ਹੁੰਦੀਆਂ। ਜਿਵੇਂ ਮੇਰਾ ਇੱਕ ਸ਼ੇਅਰ ਏ, ਕੁਝ ਗੱਲਾਂ ਤਾਂ ਮੈਂ ਨਹੀਂ ਕਹੀਆਂ ਪਰ ਉਹ ਗੱਲ ਮੇਰੇ ਤੇ ਪਈਆਂ। ਇੰਝ ਹੀ ਕੁਝ ਆਦਤਾਂ ਮੈਨੂੰ ਵਿਰਸੇ ਵਿੱਚ ਮਿਲੀਆਂ ਸਨ। ਫਿਰ ਜਵਾਨੀ ਵੇਲੇ ਮੈਨੂੰ ਕੁਝ ਪੈਸੇ ਵੀ ਲੱਭਣ ਲੱਗ ਪਏ ਸਨ। ਪੈਸੇ ਦੀ ਮੈਂ ਕਦੇ ਇੱਜ਼ਤ ਨਹੀਂ ਸੀ ਕੀਤੀ ਤੇ ਨਾ ਹੀ ਹੁਣ ਮੈਂ ਪੈਸੇ ਨਾਲ ਪਿਆਰ ਕਰਨਾ ਵਾਂ। ਪੈਸਾ ਆਉਂਦਾ ਕਿੱਥੋਂ ਸੀ? ਮੇਰਾ ਸਵਾਲ ਝੱਲ-ਪੁਣਾ ਸੀ ਪਰ ਮੈਂ ਕਰ ਦਿੱਤਾ। ਅੰਦਰੋਂ ਅੰਦਰ ਡਰ ਵੀ ਰਿਹਾ ਸਾਂ। ਪੈਸੇ ਮੁਸ਼ਾਇਰੇ ਰਾਹੀਂ ਆਉਂਦੇ ਸਨ। ਕਾਂਗਰਸ ਦਾ ਮੈਂ ਸ਼ਾਇਰ ਸਾਂ। 47 ਤੋਂ ਪਹਿਲਾਂ ਦੀ ਗੱਲ ਏ। ਪੂਰੇ ਬਰਰੇ ਸਗੀਰ ਉਪ ਮਹਾਂਦੀਪ ਵਿੱਚ ਮੁਸ਼ਾਇਰੇ ਆਮ ਹੁੰਦੇ ਸਨ। ਖਾਸ ਕਰਕੇ ਪੰਜਾਬ ਵਿੱਚ ਬਹੁਤ ਹੀ ਮੁਸ਼ਾਇਰੇ ਹੁੰਦੇ ਸਨ। ਮੁਸ਼ਾਇਰਾ ਮਜ਼ਹਬੀ ਹੋਵੇ ਜਾਂ ਸਿਆਸੀ, ਮੈਨੂੰ ਬੁਲਾਇਆ ਜ਼ਰੂਰ ਜਾਂਦਾ ਸੀ। ਸਿੱਖਾਂ ਦੇ ਮਜ਼ਹਬੀ ਮੁਸ਼ਾਇਰਿਆਂ ਉੱਤੇ ਤਾਂ ਸਿੱਖ ਮਰਦ ਔਰਤਾਂ ਬਹੁਤ ਪੈਸੇ ਦਿੰਦੇ ਸਨ। ਬਹੁਤ ਕੁਝ ਸ਼ਾਇਰ ਨੂੰ ਲੱਭ ਪੈਂਦਾ ਸੀ। ਸਿੱਖ ਔਰਤਾਂ ਕੋਠੀਆਂ ਉੱਤੋਂ ਥੈਲੀਆਂ ਲਮਕਾ ਦਿੰਦੀਆਂ ਸਨ। ਉਹਨਾਂ ਥੈਲੀਆਂ ਵਿੱਚ ਪੈਸੇ ਹੁੰਦੇ ਸਨ। ਕੋਈ ਔਰਤ ਅਕੀਦਤ ਨਾਲ ਟੂਮ ਛੱਲਾ ਵੀ ਥੈਲੀ ਵਿੱਚ ਘੱਲ ਦਿੰਦੀ ਸੀ। ਉਹ ਲੋਕ ਦਾਨ ਬਹੁਤ ਕਰਦੇ ਸਨ। ਇੱਕ ਵਾਰ ਮੁਸ਼ਾਇਰਿਆਂ ਦਾ ਮੌਸਮ ਆਇਆ। ਬਹੁਤ ਸਾਰੇ ਮੁਸ਼ਾਇਰਿਆਂ ਵਿੱਚ ਪੜ੍ਹਨ ਦਾ ਮੈਨੂੰ ਸੱਦਾ ਮਿਲਿਆ। ਮੈਂ ਆਪਣੇ ਯਾਰ ਹੁਸੈਨੇ ਟਾਂਗੇ ਵਾਲੇ ਨੂੰ ਆਖਿਆ, ਚੱਲ ਓਏ ਬੇਲੀਆ ਟਾਂਗਾ ਜੋ। ਉਸ ਨਾਂ ਪੁੱਛਿਆ, ਕਿੱਥੇ ਜਾਣਾ ਏ? ਟਾਂਗਾ ਜੋਇਆ। ਅਸੀਂ ਅੰਮ੍ਰਿਤਸਰ ਨੂੰ ਟੁਰ ਪਏ। ਅਜੇ ਮੁਸ਼ਾਇਰੇ ਸ਼ੁਰੂ ਹੋਣ ਵਿੱਚ 2-4 ਦਿਨ ਰਹਿੰਦੇ ਸਨ। ਅਸਾਂ ਅੰਮ੍ਰਿਤਸਰ ਵਿੱਚ ਜੂਆ ਖੇਡਣ ਬਹਿ ਗਏ। ਜੋ ਕੁਝ ਪੱਲੇ ਸੀ ਸਭ ਹਾਰ ਗਏ। ਮੈਂ ਟਾਂਗਾ ਘੋੜਾ ਵੇਚ ਕੇ ਕੁਝ ਖਾਧਾ ਪੀਤਾ ਤੇ ਬਾਕੀ ਫਿਰ ਜੂਆ ਖੇਡ ਲਿਆ। ਪੱਲਿਓਂ ਬਿਲਕੁਲ ਖਾਲੀ ਹੋ ਗਏ ਸਾਂ। ਪਰ ਕੁਰਬਾਨ ਜਾਈਏ ਹੁਸੈਨੇ ਯਾਰ ਦੇ ਉਸ ਟਾਂਗੇ ਘੋੜੇ ਦੇ ਜਾਇਆ ਹੋਵਣ ਤੇ ਇਹੋ ਨਹੀਂ ਕਿ ਕੋਈ ਅਫਸੋਸ ਨਾ ਕੀਤਾ, ਸਗੋਂ ਮੈਨੂੰ ਤਸੱਲੀਆਂ ਦਿੰਦਾ ਰਿਹਾ। ਮੈਨੂੰ ਬੜਾ ਦੁੱਖ ਸੀ ਕਿ ਗਰੀਬ ਦਾ ਟਾਂਗਾ ਘੋੜਾ ਮੇਰੀ ਹਿਮਾਕਤ ਨਾਲ ਵਿਕ ਗਿਆ ਏ, ਪਰ ਉਹਦੇ ਦਿਲ ਉੱਤੇ ਕੋਈ ਝਰੀਟ ਵੀ ਨਾ ਆਈ। ਉਹ ਇੰਝ ਹੀ ਮੇਰੇ ਨਾਲ ਰਿਹਾ ਜਿਵੇਂ ਕੁਝ ਹੋਇਆ ਹੀ ਨਹੀਂ। ਮੈਂ ਵੀ ਤੇ ਫਿਰ ਹਰ ਇੱਕ ਨਿੱਕਾ ਵੱਡਾ ਮੁਸ਼ਾਇਰਾ ਪੜ੍ਹਿਆ। ਮੁਸ਼ਾਇਰੇ ਪੜ੍ਹਨ ਨਾਲ ਇੰਨੀ ਕਮਾਈ ਹੋ ਗਈ ਕਿ ਪਹਿਲੇ ਨਾਲੋਂ ਵਧੀਆ ਟਾਂਗਾ ਘੋੜਾ ਖਰੀਦ ਕੇ ਲੈ ਆਏ। ਮੇਰੇ ਗੱਲ ਕਰਨ ਦਾ ਮਤਲਬ ਏ ਕਿ ਉਸ ਵੇਲੇ ਸ਼ਾਇਰ ਨੂੰ ਰੋਟੀ ਲੱਭ ਜਾਂਦੀ ਸੀ, ਪਰ ਹੁਣ ਨਹੀਂ। ਹੁਣ ਤਾਂ ਸ਼ਾਇਰ ਹੋਣਾ ਹੀ ਵੱਡੇ ਹੌਸਲੇ ਦਾ ਕੰਮ ਏ। ਇੱਥੇ ਸ਼ੇਰੋ ਅਦਬ ਦੀ ਕੋਈ ਕਦਰ ਨਹੀਂ ਕਰਦਾ, ਸਗੋਂ ਸ਼ਾਇਰ ਨੂੰ ਸਮਾਜ ਵਿੱਚ ਫਜ਼ੂਲ ਤੇ ਨਿਕੰਮਾ ਬੰਦਾ ਸਮਝਿਆ ਜਾਂਦਾ ਏ। ਪਾਕਿਸਤਾਨ ਬਣਨ ਮਗਰੋਂ ਮੇਰੇ ਉੱਤੇ ਰਿਜ਼ਕ ਦੇ ਦਰਵਾਜ਼ੇ ਬੰਦ ਹੋ ਗਏ ਸਨ। ਮੇਰਾ ਪਾਸਪੋਰਟ ਜ਼ਬਤ ਕਰ ਲਿਆ ਗਿਆ। ਮੇਰੀ ਦੁਕਾਨ ਨੂੰ ਅੱਗ ਲਾ ਦਿੱਤੀ ਗਈ। ਕਾਂਗਰਸ ਜਮਾਤ ਨਾਲ ਰਲ ਕੇ ਆਜ਼ਾਦੀ ਦੀ ਲੜਾਈ ਲੜਨ ਵਜੋਂ ਮੇਰੇ ਉੱਤੇ ਗੱਦਾਰ ਵਤਨ ਦਾ ਠੱਪਾ ਲਾ ਦਿੱਤਾ ਗਿਆ। ਦੁਕਾਨ ਵਿੱਚ ਕਿਤਾਬਾਂ ਦੇ ਨਾਲ ਮੇਰਾ ਕਲਾਮ ਤੇ ਹੀਰ ਰਾਂਝਾ ਦਾ ਉਹ ਮਸੌਦਾ ਵੀ ਸੜ ਗਿਆ ਜੋ ਮੈਂ ਕੁਝ ਸੱਜਣਾ ਦੇ ਕਹਿਣ ਉੱਤੇ ਲਿਖ ਰਿਹਾ ਸਾਂ। ਪਾਕਿਸਤਾਨ ਵੱਲੋਂ ਇਹ ਪਹਿਲੀ ਸਜ਼ਾ ਮਿਲੀ ਸੀ ਮੈਨੂੰ। ਮੇਰਾ ਬਹੁਤ ਸਾਰਾ ਕਲਾਮ ਵੀ ਸੜ ਗਿਆ ਤੇ ਨਾਲ ਹੀ ਉਹ ਕਲਾਮ ਜਿਹੜਾ ਮੈਂ ਸਿੱਖਾਂ ਦੇ ਮਜ਼ਹਬੀ ਮੁਸ਼ਾਇਰਿਆਂ ਵਿੱਚ ਪੜ੍ਹਦਾ ਸਾਂ। ਫਿਰ ਮੈਂ ਇੱਥੋਂ ਜਾਨ ਬਚਾ ਕੇ ਕਰਾਚੀ ਚਲਾ ਗਿਆ। ਲਾਹੌਰ ਬਹੁਤ ਯਾਦ ਆਉਂਦਾ ਸੀ, ਪਰ ਕੀ ਕਰਦਾ। ਕੁਝ ਦਿਨ ਕਰਾਚੀ ਦੇ ਫੁੱਟਪਾਥਾਂ 'ਤੇ ਬੂਟ ਪਾਲਿਸ਼ ਕਰਦਾ ਰਿਹਾ ਸਾਂ। ਫਿਰ ਇੱਕ ਫਿਲਮ ਸਾਜ਼ ਨਕਸ਼ਬ ਨਾਲ ਰਹਿ ਪਿਆ। ਮੈਂ ਉਹਦੀ ਮੁਲਾਜ਼ਮਤ ਕਰ ਲਈ, ਪਰ ਉਹ ਬੜਾ ਬਦਤਮੀਜ਼ ਤੇ ਮਗਰੂਰ ਭਈਆ ਸੀ। ਉਹਦੀਆਂ ਜਿਹੜੀਆਂ ਫਿਲਮਾਂ ਹਿੰਦੁਸਤਾਨ ਵਿੱਚ ਰਹਿ ਗਈਆਂ ਸਨ, ਮੈਂ ਉਹ ਲਾਂਚ ਦੇ ਜ਼ਰੀਏ ਸਮਗਲ ਕਰਕੇ ਲੈ ਆਇਆ ਸਾਂ। ਇਸ ਗੱਲੋਂ ਮੇਰੇ ਉੱਤੇ ਬਹੁਤ ਖੁਸ਼ ਸੀ, ਪਰ ਜ਼ੁਬਾਨ ਦਾ ਬੜਾ ਭੈੜਾ ਸੀ। ਹਰ ਇੱਕ ਦੀ ਐਵੇਂ ਹੀ ਲਾਪਾ ਕਰ ਦਿੰਦਾ ਸੀ। ਫਿਲਮ ਮੈਂ ਖਾਨਾ ਬਣਾਉਣ ਦਾ ਐਲਾਨ ਕੀਤਾ। ਕੁਝ ਕੰਮ ਸ਼ੁਰੂ ਵੀ ਕਰ ਲਿਆ ਸੀ। ਮੈਂ ਹੀ ਇੰਚਾਰਜ ਸਾਂ। ਇੱਕ ਦਿਨ ਦਫ਼ਤਰ ਵਿੱਚ ਬੈਠਿਆਂ ਪੰਜਾਬ ਤੇ ਪੰਜਾਬੀ ਦੀ ਗੱਲ ਸ਼ੁਰੂ ਹੋ ਗਈ। ਇਲਿਆਸ ਕਸ਼ਮੀਰੀ ਤੇ ਕਈ ਹੋਰ ਵੱਡੀ ਛਾਤੀਆਂ ਵਾਲੇ ਬੈਠੇ ਹੋਏ ਸਨ। ਨਕਸ਼ਬ ਆਖਿਆ, यहाँ किसी पंजाबी के बाप का ही पता नहीं चलता, बल्कि मुझे तो किसी का बाप नज़र ही नहीं आता। मैं ये गल जर ना सकिया। फाइल चुक के ਉਹਦੇ ਮੂੰਹ ਉੱਤੇ ਮਾਰੀ ਤੇ ਦਫ਼ਤਰ ਛੱਡ ਦਿੱਤਾ। ਕਹਿੰਦਾ ਹੀ ਰਹਿ ਗਿਆ, ਉਸਤਾਦ मैं तुझे तो नहीं कहा। पर मैं आख्या, ਕਿਸੇ ਭਈਏ ਦਾ ਪਿਓ ਹੋਵੇ ਨਾ ਹੋਵੇ, ਪਰ ਮੇਰਾ ਪਿਓ ਹੈ। ਲਾਹੌਰ ਦੀ ਮਿਊਨਸੀਪਲ ਕਮੇਟੀ ਦੇ ਦਫ਼ਤਰ ਵਿੱਚ ਮੇਰਾ
ਤੇ ਮੇਰੇ ਪਿਓ ਦਾ ਨਾਂ ਦਰਜ ਏ। ਮੈਂ ਫੇਰ ਲਾਹੌਰ ਆ ਗਿਆ। ਬਾਦਸ਼ਾਹੀ ਮਸੀਤ ਦੀਆਂ ਪੌੜੀਆਂ ਵਿੱਚ ਡੇਰਾ ਲਾ ਲਿਆ। ਪੈਸਾ ਧੇਲਾ ਹੈ ਨਹੀਂ ਸੀ। ਕੁਝ ਜਾਣ ਪਛਾਣ ਵਾਲੇ ਲੋਕ ਆ ਜਾਂਦੇ ਸਨ, ਗੱਪਾਂ ਮਾਰਦੇ, ਕੁਝ ਇਲਮ ਅਦਬ ਦੀਆਂ ਗੱਲਾਂ ਹੁੰਦੀਆਂ। ਇੱਥੇ ਹੀ ਅਲਾਉਦੀਨ ਵੀ ਆ ਜਾਂਦਾ ਸੀ। ਸਾਰਾ ਦਿਨ ਮੇਰੇ ਕੋਲ ਹੀ ਬਹਿ ਰਹਿੰਦਾ ਸੀ। ਮਿਲਣ ਵਾਲੇ ਲੋਕ ਤਾਂ ਸ਼ਾਮ ਨੂੰ ਚਲੇ ਜਾਂਦੇ ਸਨ। ਰਾਤ ਨੂੰ ਮੈਂ ਇਕੱਲਾ ਹੀ ਪੈ ਰਹਿੰਦਾ ਸਾਂ। ਸਵੇਰੇ ਹੀਰਾ ਮੰਡੀ ਦੇ ਇੱਕ ਹੋਟਲ ਤੋਂ ਨਾਸ਼ਤਾ ਕਰਦਾ ਸਾਂ। ਪੈਸੇ ਦਿੱਤਿਆਂ ਬਿਨਾਂ ਹੀ ਉੱਠ ਆਉਂਦਾ ਸਾਂ। ਹੋਟਲ ਦੇ ਮੁਲਾਜ਼ਮ ਮੈਨੂੰ ਕੋਈ ਪਹਿਲਵਾਨ ਸਮਝਦੇ ਸਨ। ਡਰਦੇ ਕੋਈ ਪੈਸਾ ਨਹੀਂ ਸੀ ਪੁੱਛਦੇ। ਉਸ ਵੇਲੇ ਪਹਿਲਵਾਨਾਂ ਦਾ ਬੜਾ ਰੋਹਬ ਹੁੰਦਾ ਸੀ। ਮੁਲਾਜ਼ਮਾਂ ਆਪਣੇ ਮਾਲਕ ਨੂੰ ਜਾ ਦੱਸਿਆ ਕਿ ਇੱਕ ਪਹਿਲਵਾਨ ਆਉਂਦਾ ਏ, ਨਾਸ਼ਤਾ ਕਰਕੇ ਚਲਾ ਜਾਂਦਾ ਏ, ਪਰ ਪੈਸਾ ਕੋਈ ਨਹੀਂ ਦਿੰਦਾ। Please like, share and subscribe.